ਅਨੇਕਾਂ ਜੀਵਾਂ ਦਾ ਕਲਿਆਣ ਕਰਦੇ ਹੋਏ ਗਰੀਬ ਨਵਾਜ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਅੱਗੇ ਚੱਲਦੇ ਜਾ ਰਹੇ ਨੇ। ਚਲਦਿਆਂ ਚਲਦਿਆਂ ਗੁਰੂ ਸਾਹਿਬ ਮੱਕੇ ਪਹੁੰਚੇ। ਮੱਕਾ ਇਸਲਾਮ ਧਰਮ ਦਾ ਕੇਂਦਰੀ ਸਥਾਨ ਹੈ। ਮੱਕੇ ਸ਼ਹਿਰ ਵਿੱਚ ਕਾਬਾ ਇਸਲਾਮ ਧਰਮ ਵਿੱਚ ਇਸ ਨੂੰ ਬੜੀ ਅਹਿਮੀਅਤ ਦਿੱਤੀ ਜਾਂਦੀ ਹੈ। ਦੁਨੀਆ ਦੇ ਜਿੰਨੇ ਵੀ ਮੁਸਲਮਾਨ ਨੇ ਉਹ ਜਦੋਂ ਨਮਾਜ਼ ਪੜ੍ਹਦੇ ਨੇ ਤਾਂ ਮੱਕੇ ਵੱਲ ਮੂੰਹ ਕਰਕੇ ਪੜ੍ਹਦੇ ਨੇ। ਭਾਰਤ ਵਿੱਚ ਰਹਿਣ ਵਾਲੇ ਮੁਸਲਮਾਨ ਪੱਛਮ ਵੱਲ ਮੂੰਹ ਕਰਕੇ ਨਮਾਜ਼ ਪੜ੍ਹਦੇ ਨੇ ਤੇ ਦੂਸਰੇ ਦੇਸ਼ਾਂ ਵਾਲੇ ਆਪਣੇ ਆਪਣੇ ਹਿਸਾਬ ਨਾਲ ਮੱਕੇ ਦੀ ਦਿਸ਼ਾ ਦੇਖ ਕੇ ਉਧਰ ਨੂੰ ਨਮਾਜ਼ ਪੜ੍ਹਦੇ ਨੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੁਨੀਆ ਦਾ ਕਲਿਆਣ ਕਰਦੇ ਹੋਏ ਮੱਕੇ ਜਾ ਪਹੁੰਚੇ। ਮੱਕਾ ਸਾਊਦੀ ਅਰੇਬੀਆ ਵਿੱਚ ਪੈਂਦਾ ਹੈ। ਜੇ ਮੱਕੇ ਜਾਣਾ ਹੋਵੇ ਤਾਂ ਧਰਤੀ ਦੇ ਰਾਹ ਤੋਂ ਪਹਿਲਾਂ ਪਾਕਿਸਤਾਨ, ਈਰਾਨ, ਫਿਰ ਇਰਾਕ ਤੇ ਫਿਰ ਸਾਊਦੀ ਅਰੇਬੀਆ ਆਉਂਦਾ ਹੈ। ਸਾਊਦੀ ਅਰੇਬੀਆ ਵਿੱਚ ਮੱਕਾ ਹੈ। ਭਾਈ ਮਰਦਾਨਾ ਜੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪੁੱਛਣ ਲੱਗੇ, ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਅੰਦਰ ਜਾ ਕੇ ਦਰਸ਼ਨ ਕਰ ਲਵਾਂ। ਗੁਰੂ ਸਾਹਿਬ ਕਹਿਣ ਲੱਗੇ, ਭਾਈ ਮਰਦਾਨਾ ਜੀ ਤੁਸੀਂ ਅੰਦਰ ਜਾ ਕੇ ਦਰਸ਼ਨ ਕਰ ਲਓ, ਓਨਾ ਚਿਰ ਅਸੀਂ ਬਾਹਰ ਹੀ ਬੈਠੇ ਹਾਂ। ਜਦੋਂ ਭਾਈ ਮਰਦਾਨਾ ਜੀ ਅੰਦਰ ਜਾਣ ਲੱਗੇ ਤਾਂ ਉੱਥੋਂ ਦੇ ਕਾਜ਼ੀਆਂ ਨੇ ਭਾਈ ਮਰਦਾਨਾ ਜੀ ਨੂੰ ਬਾਹਰ ਰੋਕ ਲਿਆ। ਉਹ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਤੁਸੀਂ ਅੰਦਰ ਨਹੀਂ ਜਾ ਸਕਦੇ। ਉਹ ਕਹਿਣ ਲੱਗੇ, ਜੇ ਤੁਸੀਂ ਅੰਦਰ ਜਾਣਾ ਹੈ ਤਾਂ ਅੱਖਾਂ ਤੇ ਪੱਟੀ ਬਣ ਕੇ ਜਾਣਾ ਪਏਗਾ। ਭਾਈ ਮਰਦਾਨਾ ਜੀ ਕਹਿਣ ਲੱਗੇ, ਜੇ ਅਸੀਂ ਅੱਖਾਂ ਅੱਗੇ ਪੱਟੀ ਬੰਨ੍ਹਣੀ ਹੈ ਤਾਂ ਅਸੀਂ ਦਰਸ਼ਨ ਕਿਹਦੇ ਕਰਾਂਗੇ। ਪਹਿਲਾਂ ਇਹ ਰਵਾਇਤ ਹੁੰਦੀ ਸੀ ਪਰ ਹੁਣ ਇਹ ਰਵਾਇਤ ਨਹੀਂ। ਭਾਈ ਮਰਦਾਨਾ ਜੀ ਗੁਰੂ ਸਾਹਿਬ ਕੋਲ ਵਾਪਸ ਆ ਗਏ। ਕਹਿਣ ਲੱਗੇ, ਉੱਥੇ ਜਾ ਕੇ ਕੀ ਫਾਇਦਾ ਹੈ, ਉੱਥੇ ਜਾ ਕੇ ਕੁਝ ਦਿਸਣਾ ਤਾਂ ਹੈ ਨਹੀਂ। ਉਹ ਕਹਿੰਦੇ ਨੇ ਕਿ ਅੱਖਾਂ ਤੇ ਪੱਟੀ ਬਣ ਕੇ ਜਾਣਾ ਪਏਗਾ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਤੂੰ ਅੰਦਰ ਚਲੇ ਜਾ, ਤੈਨੂੰ ਕੋਈ ਨਹੀਂ ਦੇਖ ਸਕਦਾ। ਤੂੰ ਸਭ ਨੂੰ ਦੇਖੇਗਾ ਪਰ ਤੈਨੂੰ ਕੋਈ ਨਹੀਂ ਦੇਖ ਸਕੇਗਾ। ਗੁਰੂ ਸਾਹਿਬ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਜੀ ਦਰਸ਼ਨਾਂ ਵਾਸਤੇ ਚੱਲ ਪਏ। ਭਾਈ ਮਰਦਾਨਾ ਜੀ ਅੰਦਰ ਚਲੇ ਗਏ। ਉਹਨਾਂ ਨੂੰ ਕੋਈ ਦੇਖ ਨਹੀਂ ਸਕਿਆ ਪਰ ਭਾਈ ਮਰਦਾਨਾ ਜੀ ਸਭ ਨੂੰ ਦੇਖ ਰਹੇ ਸਨ। ਭਾਈ ਮਰਦਾਨਾ ਜੀ ਨੇ ਅੰਦਰ ਜਾ ਕੇ ਦੇਖਿਆ ਕਿ ਇੱਕ ਪੱਥਰ ਹੈ ਤੇ ਉਸ ਪੱਥਰ ਨੂੰ ਸਾਰੇ ਪੂਜ ਰਹੇ ਨੇ। ਭਾਈ ਮਰਦਾਨਾ ਜੀ ਨੇ ਸਭ ਕੁਝ ਦੇਖਿਆ ਤੇ ਉਹ ਵੇਖ ਕੇ ਬਾਹਰ ਆ ਗਏ। ਉਹ ਮਨ ਵਿੱਚ ਸੋਚਣ ਲੱਗੇ, ਇੱਥੇ ਵੀ ਪੱਥਰ ਨੂੰ ਪੂਜਦੇ ਨੇ। ਬਾਹਰ ਤਾਂ ਸਨਾਤਨ ਮਤ ਵਾਲੇ ਪੱਥਰਾਂ ਨੂੰ ਪੂਜਦੇ ਨੇ ਪਰ ਇੱਥੇ ਵੀ ਪੂਜਦੇ ਨੇ। ਇਹ ਮੁਸਲਮਾਨ ਤਾਂ ਬੁੱਤ ਪ੍ਰਸਤੀ ਨਹੀਂ ਕਰਦੇ, ਇਹ ਬੁੱਤਾਂ ਨੂੰ ਪੂਜਣ ਵਾਲੇ ਨਹੀਂ ਹਨ। ਭਾਈ ਮਰਦਾਨਾ ਜੀ ਗੁਰੂ ਸਾਹਿਬ ਨੂੰ ਬੇਨਤੀਆਂ ਕਰ ਕਰਕੇ ਇੱਥੇ ਲੈ ਕੇ ਆਏ ਸਨ ਕਿ ਮੈਂ ਦਰਸ਼ਨ ਕਰ ਲਵਾਂਗਾ, ਮੇਰੇ ਨਾਲ ਇੱਥੇ ਚੱਲ ਪਓ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਪੁੱਛਣ ਲੱਗੇ, ਕੀ ਤੇਰੇ ਮਨ ਦੀ ਇੱਛਾ ਪੂਰੀ ਹੋ ਗਈ? ਤੁਸੀਂ ਅੰਦਰ ਜਾ ਕੇ ਸਭ ਕੁਝ ਦੇਖ ਲਿਆ? ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਇਹ ਵੀ ਪੱਥਰ ਪੂਜ ਰਹੇ ਨੇ। ਅੰਦਰ ਪਾਕ ਕਾਬੇ ਦੇ ਜਿੱਥੇ ਸੰਗੇ ਅਸਵਤ ਹੈ, ਜਿੱਥੇ ਇਹ ਜਾ ਕੇ ਕਾਬੇ ਦੇ ਸਥਾਨ ਤੇ ਪਰਿਕਰਮਾ ਕਰਦੇ ਨੇ। ਜਿਵੇਂ ਸਾਡੇ ਵਿੱਚ ਵੱਖਰੀਆਂ ਵੱਖਰੀਆਂ ਸੰਪਰਦਾਵਾਂ ਨੇ, ਇਸੇ ਤਰ੍ਹਾਂ ਇਸਲਾਮ ਮਤ ਵਿੱਚ ਵੀ ਵੱਖਰੇ ਵੱਖਰੇ ਫਿਰਕੇ ਨੇ। ਮੁਹੰਮਦ ਸਾਹਿਬ ਦੇ ਵੇਲੇ ਦੀ ਇਹ ਘਟਨਾ ਹੈ। ਉਸ ਸਮੇਂ ਉਸ ਇਮਾਰਤ ਦਾ ਇੱਕ ਪੱਥਰ ਡਿੱਗਿਆ। ਵੱਖਰੇ ਵੱਖਰੇ ਫਿਰਕੇ ਕਹਿੰਦੇ ਅਸੀਂ ਚੁੱਕ ਕੇ ਉੱਪਰ ਰੱਖਣਾ ਹੈ। ਸਾਰਿਆਂ ਦੇ ਵਿੱਚ ਬੜੀ ਜੱਦੋ ਜਹਿਦ ਹੋ ਗਈ। ਮੁਹੰਮਦ ਸਾਹਿਬ ਉੱਥੋਂ ਲੰਘੇ। ਉਹਨਾਂ ਨੇ ਪੁੱਛਿਆ, ਕੀ ਗੱਲ ਹੈ? ਤਾਂ ਉਹਨਾਂ ਵਿੱਚੋਂ ਇੱਕ ਫਿਰਕਾ ਕਹਿਣ ਲੱਗਾ, ਅਸੀਂ ਇਹ ਪੱਥਰ ਰੱਖਾਂਗੇ। ਦੂਜਾ ਕਹਿਣ ਲੱਗਿਆ, ਸਾਡਾ ਫਿਰਕਾ ਪੱਥਰ ਚੱਕ ਕੇ ਉੱਤੇ ਰੱਖੇਗਾ। ਮੁਹੰਮਦ ਸਾਹਿਬ ਨੇ ਇੱਕ ਚਾਦਰ ਵਿਛਾਈ ਤੇ ਉਹ ਪੱਥਰ ਉਸ ਚਾਦਰ ਉੱਤੇ ਰੱਖ ਦਿੱਤਾ। ਤਾਂ ਉਹਨਾਂ ਨੇ ਕਿਹਾ, ਹੁਣ ਤੁਸੀਂ ਇਹ ਚਾਰੇ ਜਾਣੇ ਚੁੱਕ ਲਓ। ਉਸ ਲੜਾਈ ਨੂੰ ਮੁਹੰਮਦ ਸਾਹਿਬ ਨੇ ਉੱਥੇ ਖਤਮ ਕਰ ਦਿੱਤਾ। ਇਹ ਗੱਲ ਉੱਥੇ ਪ੍ਰਚਲਿਤ ਹੈ। ਭਾਈ ਮਰਦਾਨਾ ਜੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਮਹਾਰਾਜ ਇਹ ਸਾਰੇ ਹਿੰਦੂਆਂ ਤੇ ਬਾਕੀਆਂ ਨੂੰ ਕਾਫਰ ਦੱਸਦੇ ਨੇ। ਇਹ ਆਪਣੇ ਆਪ ਨੂੰ ਉੱਤਮ ਤੇ ਬਾਕੀਆਂ ਨੂੰ ਕਾਫਰ ਕਿਉਂ ਦੱਸਦੇ ਨੇ? ਗੁਰੂ ਸਾਹਿਬ ਕਹਿਣ ਲੱਗੇ, ਇਹ ਰੱਬ ਤੋਂ ਟੁੱਟੇ ਹੋਏ ਲੋਕ ਆਪ ਹੀ ਕਾਫਰ ਨੇ ਜਿਹੜੇ ਦੂਜਿਆਂ ਨੂੰ ਕਾਫਰ ਦੱਸਦੇ ਨੇ। ਭਾਈ ਮਰਦਾਨਾ ਜੀ ਬੈਠ ਕੇ ਗੁਰੂ ਸਾਹਿਬ ਦੇ ਬਚਨ ਸੁਣਦੇ ਰਹੇ। ਵੱਖ-ਵੱਖ ਇਤਿਹਾਸਕਾਰਾਂ ਦੀ ਵੱਖ-ਵੱਖ ਕਹਿਣੀ ਹੈ ਕਿ ਕਦੋਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮੱਕੇ ਗਏ। ਗੁਰੂ ਸਾਹਿਬ 1518 ਤੋਂ 1521 ਦੇ ਵਿੱਚ ਉਸ ਸਥਾਨ ਤੇ ਗਏ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਭਾਈ ਮਰਦਾਨਾ ਜੀ ਨਾਲ ਵਚਨ ਵਿਲਾਸ ਕਰਦੇ ਹੋਏ ਸਾਰਾ ਦਿਨ ਬਤੀਤ ਹੋ ਗਿਆ।
ਜਦੋਂ ਰਾਤ ਪੈ ਗਈ ਤਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇੱਕ ਥਾਂ ਤੇ ਡੇਰਾ ਕੀਤਾ। ਜਦੋਂ ਰਾਤ ਨੂੰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਰਾਮ ਕਰ ਰਹੇ ਸਨ ਤਾਂ ਉਹਨਾਂ ਦੇ ਪਵਿੱਤਰ ਚਰਨ ਮੱਕੇ ਵੱਲ ਹੋ ਗਏ। ਜਦੋਂ ਪਹਿਰ ਰਾਤ ਉਸ ਸਥਾਨ ਤੇ ਰਹਿ ਗਈ ਤਾਂ ਇੱਕ ਮੁੱਲਾ, ਜਿਸ ਦਾ ਨਾਮ ਇਤਿਹਾਸ ਵਿੱਚ ਜੀਵਨ ਆਇਆ, ਇਸ ਮੁੱਲੇ ਜੀਵਨ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਕੀਤਾ ਹੈ। ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ। ਜਿੱਥੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਰਾਮ ਕਰ ਰਹੇ ਸਨ, ਉਹ ਮੁੱਲਾ ਜੀਵਨ ਉੱਥੇ ਝਾੜੂ ਫੇਰਨ ਵਾਸਤੇ ਆਇਆ ਸੀ। ਉਹ ਰੋਜ਼ਾਨਾ ਉਸ ਸਥਾਨ ਦੀ ਸੇਵਾ ਕਰਨ ਆਇਆ ਕਰਦਾ ਸੀ। ਜਦੋਂ ਉਹ ਇਸ ਸਥਾਨ ਤੇ ਆਇਆ, ਉਸਨੇ ਦੇਖਿਆ ਇੱਕ ਬੰਦਾ ਸਾਡੇ ਕਾਬੇ ਮੱਕੇ ਵੱਲ ਪੈਰ ਕਰਕੇ ਸੁੱਤਾ ਹੋਇਆ ਹੈ। ਉਸਨੇ ਖੁਦ ਖੁਦਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੇ ਲੱਤ ਮਾਰੀ। ਜਿਸ ਨੂੰ ਉਹ ਪੂਜਣਾ ਚਾਹੁੰਦਾ ਹੈ, ਉਹਨੂੰ ਹੀ ਉਹ ਲੱਤ ਮਾਰਿਆ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਰੀ ਲੋਕਾਈ ਦਾ ਭਲਾ ਕਰਨ ਵਾਸਤੇ ਇਹ ਕੋਤਕ ਕਰ ਰਹੇ ਨੇ। ਉਹਨਾਂ ਮੂਰਖਾਂ ਦੀਆਂ ਲੱਤਾਂ ਨੂੰ ਝੱਲ ਰਹੇ ਨੇ। ਉਹ ਗੁਰੂ ਸਾਹਿਬ ਨੂੰ ਆਮ ਜਾਣ ਕੇ ਮੰਦੇ ਬਚਨ ਬੋਲਣ ਲੱਗਾ। ਉਹ ਗੁਰੂ ਸਾਹਿਬ ਨਾਲ ਆਕੜ ਕੇ ਤੇ ਉੱਚੀ ਆਵਾਜ਼ ਵਿੱਚ ਗੱਲ ਕਰਨ ਲੱਗਾ। ਉਹ ਗੁੱਸੇ ਵਿੱਚ ਕਹਿਣ ਲੱਗਾ, ਕਿਹੜੇ ਪਾਸਿਓਂ ਤੁਸੀਂ ਆਏ ਹੋ? ਤੁਸੀਂ ਮੱਤ ਤੋਂ ਅਣਜਾਣ ਹੋ। ਤੁਸੀਂ ਪੈਰ ਕਿਹੜੇ ਪਾਸੇ ਕੀਤੇ ਹੋਏ ਨੇ? ਪਹਿਲਾਂ ਤੂੰ ਆਪਣਾ ਧਰਮ ਦੱਸ, ਤੂੰ ਹਿੰਦੂ ਹੈ ਜਾਂ ਮੁਸਲਮਾਨ? ਇੱਥੋਂ ਉੱਠ ਕੇ ਚਲਾ ਜਾ। ਜੇ ਤੂੰ ਨਹੀਂ ਗਿਆ ਤਾਂ ਤੈਨੂੰ ਦਿਨ ਵਿੱਚ ਇੱਥੇ ਹੋਰ ਵੀ ਵੱਡੇ ਭਾਰੀ ਦੁੱਖ ਮਿਲਣਗੇ। ਇੰਨੀ ਪਵਿੱਤਰ ਥਾਂ ਤੇ ਆ ਕੇ ਇਹੋ ਜਿਹਾ ਕੰਮ ਕੋਈ ਨਹੀਂ ਕਰਦਾ। ਜੋ ਮੁਹੰਮਦ ਸਾਹਿਬ ਜੀ ਨੇ ਸਿਫਤ ਕੀਤੀ ਹੈ, ਉਹ ਤੂੰ ਵਿਸਾਰ ਕੇ ਇੱਧਰ ਪੈਰ ਕਰਕੇ ਬੈਠਾ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸ਼ਾਂਤੀ ਨਾਲ ਉੱਥੇ ਬੈਠ ਕੇ ਮੁੱਲੇ ਦੀ ਸਾਰੀ ਗੱਲਬਾਤ ਸੁਣਦੇ ਨੇ। ਉਹ ਗੁਰੂ ਸਾਹਿਬ ਜੀ ਨਾਲ ਕ੍ਰੋਧ ਵਾਲੇ ਬਚਨ ਬੋਲਦਾ ਰਿਹਾ। ਜਦੋਂ ਉਹ ਚੁੱਪ ਹੋਇਆ, ਉਦੋਂ ਗੁਰੂ ਸਾਹਿਬ ਬੋਲੇ, ਭਾਈ ਸਾਨੂੰ ਚਲਦਿਆਂ ਚਲਦਿਆਂ ਥਕਾਵਟ ਹੋ ਗਈ। ਰਸਤਾ ਬੜਾ ਲੰਮਾ ਸੀ ਤੇ ਜਦੋਂ ਅਸੀਂ ਆਰਾਮ ਕਰਨ ਨੂੰ ਪਏ ਤਾਂ ਸਾਨੂੰ ਪਤਾ ਨਹੀਂ ਚੱਲਿਆ ਕਿ ਸਾਡੇ ਚਰਨ ਕਿਹੜੇ ਪਾਸੇ ਨੂੰ ਹੋ ਗਏ। ਗੁਰੂ ਸਾਹਿਬ ਕਹਿਣ ਲੱਗੇ, ਮੁੱਲਾ ਜੀ ਰੋਸ ਘੱਟ ਕਰੋ, ਮੈਂ ਅਣਜਾਣ ਸੀ, ਮੈਂ ਥੱਕ ਗਿਆ ਸੀ, ਮੈਂ ਉੱਠਣਾ ਚਾਹਨਾ ਪਰ ਉੱਠਿਆ ਨਹੀਂ ਜਾ ਰਿਹਾ। ਤੂੰ ਐ ਕਰ ਭਾਈ, ਸਾਡੀਆਂ ਲੱਤਾਂ ਨੂੰ ਚੁੱਕ ਕੇ ਦੂਜੇ ਪਾਸੇ ਕਰ ਦੇ। ਗੁਰੂ ਸਾਹਿਬ ਕਹਿਣ ਲੱਗੇ, ਅਸੀਂ ਇੱਥੇ ਪਰਦੇਸੀ ਆਏ ਹਾਂ, ਸਾਨੂੰ ਇੱਥੇ ਇਸ ਗੱਲ ਦਾ ਪਤਾ ਨਹੀਂ ਸੀ, ਇਸ ਲਈ ਜਿਵੇਂ ਤੈਨੂੰ ਹੁਣ ਪਾਉਂਦਾ ਤੂੰ ਉੱਦਾਂ ਕਰ ਲੈ। ਤੂੰ ਚਿੱਤ ਵਿੱਚ ਖਿਜਣਾ, ਜਿਹੜੇ ਪਾਸੇ ਖੁਦਾ ਦਾ ਘਰ ਨਹੀਂ, ਤੂੰ ਉਸ ਪਾਸੇ ਸਾਡੇ ਚਰਨ ਕਰ ਦੇ। ਗੁਰੂ ਸਾਹਿਬ ਕਹਿਣ ਲੱਗੇ, ਮੁੱਲਾ ਜੀ ਤੁਸੀਂ ਜਿਸ ਪਾਸੇ ਚਾਹੁੰਦੇ ਹੋ ਉਸ ਪਾਸੇ ਸਾਡੇ ਚਰਨ ਕਰ ਦਿਓ, ਮੈਂ ਤੁਹਾਨੂੰ ਨਹੀਂ ਰੋਕਾਂਗਾ। ਮੁੱਲੇ ਨੂੰ ਪਹਿਲਾਂ ਹੀ ਬੜਾ ਗੁੱਸਾ ਚੜਿਆ ਹੋਇਆ ਸੀ। ਉਹਨੇ ਆਂਦੇ ਹੀ ਲੱਤ ਮਾਰਤੀ ਸੀ। ਉਸ ਤੋਂ ਬਾਅਦ ਉਸਨੇ ਕ੍ਰੋਧ ਵਿੱਚ ਗੁਰੂ ਸਾਹਿਬ ਨੂੰ ਬੜੇ ਮਾੜੇ ਬਚਨ ਬੋਲੇ। ਜਦੋਂ ਉਸਨੇ ਗੁਰੂ ਸਾਹਿਬ ਤੋਂ ਸੁਣਿਆ ਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ ਜਿੱਧਰ ਮੇਰੇ ਚਰਨ ਕਰਨਾ ਚਾਹੁੰਦਾ ਉੱਧਰ ਕਰ ਦੇ, ਜਿਸ ਪਾਸੇ ਰੱਬ ਨਹੀਂ ਹੈ ਮੇਰੇ ਚਰਨ ਉੱਧਰ ਕਰ ਦੇ, ਮੁੱਲੇ ਨੇ ਬੜੇ ਗੁੱਸੇ ਨਾਲ ਗੁਰੂ ਸਾਹਿਬ ਦੇ ਚਰਨ ਫੜ ਕੇ ਉਸੇ ਵੇਲੇ ਬਹੁਤ ਬਲ ਦੇ ਨਾਲ ਦੂਜੇ ਪਾਸੇ ਘਸੀਟਿਆ। ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਇਹ ਸ਼ਬਦ ਵੀ ਆਉਂਦਾ ਹੈ, ਟੰਗੋ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ। ਉਹ ਜੀਵਨ ਮੁੱਲਾ ਜਿਸ ਪਾਸੇ ਨੂੰ ਗੁਰੂ ਸਾਹਿਬ ਦੇ ਚਰਨ ਕਰਦਾ ਹੈ, ਉਸੇ ਪਾਸੇ ਮੱਕਾ ਕਾਬਾ ਘੁੰਮ ਜਾਂਦਾ ਹੈ। ਜਿੱਥੇ ਉਹ ਗੁਰੂ ਸਾਹਿਬ ਦੇ ਚਰਨ ਰੋਕਦਾ ਹੈ, ਉੱਥੇ ਕਾਬਾ ਰੁਕ ਜਾਂਦਾ ਹੈ। ਪਰ ਉਹ ਮੂਰਖ ਇਹਨਾਂ ਗੱਲਾਂ ਨੂੰ ਨਹੀਂ ਸਮਝਦਾ। ਉਹਨੇ ਜਿਸ ਪਾਸੇ ਗੁਰੂ ਸਾਹਿਬ ਨੂੰ ਖਿੱਚਿਆ, ਕਾਬਾ ਵੀ ਉਸੇ ਪਾਸੇ ਹੋ ਗਿਆ। ਇਹ ਕੋਤਕ ਦੇਖ ਕੇ ਜੀਵਨ ਮੁੱਲਾ ਬੜਾ ਸ਼ਰਮਿੰਦਾ ਹੋਇਆ। ਉਹ ਬੜਾ ਹੈਰਾਨ ਹੋਇਆ ਕਿ ਇਹ ਕੀ ਹੋ ਗਿਆ। ਇਹ ਸਭ ਕੁਝ ਇੱਕ ਪਹਿਰ ਰਹਿੰਦੀ ਰਾਤ ਦੇ ਵਿੱਚ ਹੋਇਆ। ਜਦੋਂ ਉਸਨੇ ਗੁਰੂ ਸਾਹਿਬ ਦੇ ਚਰਨਾਂ ਨੂੰ ਛੱਡਿਆ ਤਾਂ ਉਹ ਮੱਕਾ ਕਾਬਾ ਆਪਣੇ ਥਾਂ ਤੇ ਸਥਿਰ ਹੋ ਗਿਆ। ਇਹ ਦੇਖ ਕੇ ਜੀਵਨ ਮੁੱਲਾ ਹੋਰ ਕ੍ਰੋਧਿਤ ਹੋ ਗਿਆ। ਜਦੋਂ ਇਹਦਾ ਵਸ ਨਹੀਂ ਚੱਲਿਆ, ਇਹਨੇ ਹੋਰ ਕ੍ਰੋਧਿਤ ਸ਼ਬਦ ਬੋਲੇ। ਉਹ ਗੁੱਸੇ ਵਿੱਚ ਆ ਕੇ ਗੁਰੂ ਸਾਹਿਬ ਨੂੰ ਗਵਾਰ ਵੀ ਕਹਿ ਬੈਠਿਆ। ਉਹ ਕਹਿਣ ਲੱਗਾ, ਤੁਹਾਨੂੰ ਈਮਾਨ ਦੀ ਗੱਲ ਨਹੀਂ ਪਤਾ, ਮੈਨੂੰ ਤੁਸੀਂ ਗਵਾਰ ਲੱਗਦੇ ਹੋ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇਸ ਮੁੱਲੇ ਨੂੰ ਸਮੱਤ ਦੇਣ ਵਾਸਤੇ ਉੱਠ ਕੇ ਬੈਠ ਗਏ। ਗੁਰੂ ਸਾਹਿਬ ਕਹਿਣ ਲੱਗੇ, ਜਿਹੜੀਆਂ ਤੁਹਾਡੀਆਂ 5 ਨਮਾਜ਼ਾਂ ਹੈ ਉਹਨਾਂ ਦਾ ਭਾਵ ਦੱਸਦੇ ਆ। 5 ਨਮਾਜ਼ਾਂ 5 ਵਕਤ ਪੜ੍ਹੀਆਂ ਜਾਂਦੀਆਂ ਨੇ ਤੇ 5 ਨਮਾਜ਼ਾਂ ਦੇ 5 ਨਾਮ ਹਨ। ਗੁਰੂ ਸਾਹਿਬ ਕਹਿੰਦੇ, ਦਿਨ ਦੀ ਪਹਿਲੀ ਨਮਾਜ਼ ਉਹਦਾ ਨਾਮ ਹੈ ਸੱਚ। ਉਸ ਦਾ ਭਾਵ ਹੈ ਜੀਵਨ ਵਿੱਚ ਸੱਚ ਨੂੰ ਗ੍ਰਹਿਣ ਕਰਨਾ। ਮੁੱਲਾ ਤੂੰ ਇਹ ਦੱਸ, ਤੂੰ ਸੱਚ ਨੂੰ ਗ੍ਰਹਿਣ ਕਰ ਲਿਆ?
ਤੇਰੇ ਅੰਦਰ ਸੱਚ ਹੈ। ਦੂਜੀ ਨਮਾਜ਼ ਹੈ ਹਲਾਲ ਦੀ। ਹਲਾਲ ਤੋਂ ਭਾਵ ਹੈ ਆਪਣੇ ਹੱਕ ਦਾ ਖਾਣਾ, ਦੂਸਰੇ ਦੇ ਹੱਕ ਦਾ ਖਾਣਾ ਹਰਾਮ ਦਾ ਖਾਣਾ ਹੈ। ਗੁਰੂ ਸਾਹਿਬ ਕਹਿਣ ਲੱਗੇ ਕਿ ਤੂੰ ਹਲਾਲ ਦੀ ਨਮਾਜ਼ ਨੂੰ ਗ੍ਰਹਿਣ ਕੀਤਾ। ਤੀਜੀ ਨਮਾਜ਼ ਹੈ ਖੈਰ ਖੁਦਾਏ, ਭਾਵ ਖੁਦਾ ਤੋਂ ਖੈਰ ਮੰਗਣੀ ਕਿ ਪਰਮਾਤਮਾ ਮੈਨੂੰ ਆਪਣੀ ਬੰਦਗੀ ਦੇ। ਇਸ ਤੀਜੀ ਨਮਾਜ਼ ਨੂੰ ਤੀਜੇ ਵੇਲੇ ਪੜ੍ਹਿਆ ਜਾਂਦਾ ਹੈ। ਚੌਥੀ ਨਮਾਜ਼ ਹੈ ਆਪਣੀ ਨੀਅਤ ਰਾਸ ਕਰਨੀ। ਇਹ ਕਿਹਾ ਜਾਂਦਾ ਹੈ ਕਿ ਜਿਹੋ ਜਿਹੀ ਨੀਅਤ ਹੋਏ ਬੰਦੇ ਨੂੰ ਉਹੋ ਜਿਹੀ ਮੁਰਾਦ ਮਿਲਦੀ ਹੈ। ਕਦੇ ਵੀ ਆਪਣੀ ਨੀਅਤ ਵਿੱਚ ਖੋਟ ਨਹੀਂ ਰੱਖਣਾ, ਹਮੇਸ਼ਾ ਆਪਣੀ ਨੀਅਤ ਨੂੰ ਸਾਫ਼ ਰੱਖਣਾ ਹੈ। ਜਿਹੜੀ ਪੰਜਵੀਂ ਨਮਾਜ਼ ਹੈ ਉਹ ਹੈ ਪਰਮਾਤਮਾ ਦੀ ਸਿਫਤ ਕਰਨੀ, ਖੁਦਾ ਦੀ ਵਡਿਆਈ ਕਰਨੀ। ਗੁਰੂ ਸਾਹਿਬ ਕਹਿਣ ਲੱਗੇ ਜੀਵਨ ਇਹ ਦਿਨ ਦੀਆਂ 5 ਨਮਾਜ਼ਾਂ ਨੇ। ਗੁਰੂ ਸਾਹਿਬ ਕਹਿਣ ਲੱਗੇ ਉਹੀ ਮੁਸਲਮਾਨ ਹੋ ਸਕਦਾ ਹੈ ਜਿਹੜਾ 5 ਨਮਾਜ਼ਾਂ ਪੜ੍ਹਦਾ ਹੈ ਤੇ ਸ਼ੁਭ ਕਰਮ ਕਰਨ ਦੀ ਕਲਮਾ ਪੜ੍ਹਦਾ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਹ ਮੁਸਲਮਾਨ ਹੋਣ ਦੀ ਪਰਿਭਾਸ਼ਾ ਹੈ। ਗੁਰੂ ਸਾਹਿਬ ਕਹਿਣ ਲੱਗੇ ਜਿਹੜਾ ਰਾਹ ਤੁਹਾਡੇ ਪੈਗੰਬਰਾਂ ਨੇ ਦੱਸਿਆ, ਜੇ ਕੋਈ ਮੁਸਲਮਾਨ ਉਹਨਾਂ ਰਾਹਾਂ ਤੇ ਚੱਲੇ ਤਾਂ ਹੀ ਉਹ ਸੱਚਾ ਮੁਸਲਮਾਨ ਹੈ। ਪਰ ਤੁਸੀਂ ਜਿਹੜਾ ਇਹ ਪਖੰਡ ਕਰਦੇ ਹੋ, ਇਹ ਦਿਖਾਵਾ ਕਰਦੇ ਹੋ, ਇਹਦੇ ਨਾਲ ਮੁਸਲਮਾਨ ਨਹੀਂ ਬਣਿਆ ਜਾ ਸਕਦਾ। ਗੁਰੂ ਸਾਹਿਬ ਕਹਿੰਦੇ ਤੁਸੀਂ 5 ਨਮਾਜ਼ਾਂ ਪੜ੍ਹਦੇ ਹੋ, ਉਹਨਾਂ ਦਾ ਮਤਲਬ ਤਾਂ ਸਮਝੋ ਕਿ ਇਹ 5 ਨਮਾਜ਼ਾਂ ਦਾ ਮਤਲਬ ਕੀ ਹੈ। ਪਹਿਲੀ ਨਮਾਜ਼ ਤੁਹਾਨੂੰ ਸੱਚ ਤੇ ਚੱਲਣ ਦਾ ਮਤਲਬ ਦੱਸਦੀ ਹੈ। ਦੂਜੀ ਨਮਾਜ਼ ਤੁਹਾਨੂੰ ਇਹ ਦੱਸਦੀ ਹੈ ਕਿ ਤੁਸੀਂ ਹੱਕ ਦਾ ਖਾਣਾ ਹੈ। ਤੀਜੀ ਨਮਾਜ਼ ਤੁਹਾਨੂੰ ਖੁਦਾ ਤੋਂ ਬੰਦਗੀ ਮੰਗਣ ਨੂੰ ਕਹਿੰਦੀ ਹੈ। ਚੌਥੀ ਨਮਾਜ਼ ਇਹ ਸਮਝਾਉਂਦੀ ਹੈ ਕਿ ਆਪਣੀ ਨੀਅਤ ਸਾਫ਼ ਰੱਖਣੀ ਹੈ। ਤੇ ਪੰਜਵੀਂ ਨਮਾਜ਼ ਪਰਮੇਸ਼ਵਰ ਦੀ ਸਿਫਤ ਕਰਨੀ ਹੈ। ਤੇ ਜਿਹੜੀਆਂ ਕਲਮਾਂ ਪੜ੍ਹਨੀਆਂ ਨੇ ਉਹ ਹੈ ਸ਼ੁਭ ਕਰਮ ਕਰਨੇ। ਜੇ ਤੁਸੀਂ ਇਹ ਸਭ ਕੁਝ ਕਰਦੇ ਹੋ ਤਾਂ ਤੁਸੀਂ ਸੱਚੇ ਮੁਸਲਮਾਨ ਹੋ। ਤੇ ਜੇ ਜਿਹੜੀਆਂ ਗੱਲਾਂ ਦੱਸੀਆਂ ਨੇ ਉਹਨਾਂ ਤੋਂ ਬਹੁਤ ਦੂਰ ਹੋ ਤਾਂ ਤੁਸੀਂ ਝੂਠੇ ਹੋ। ਉਦੋਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਬਹੁਤ ਸਾਰੇ ਕਾਜੀ ਮੁੱਲਾ ਇਕੱਠੇ ਹੋ ਗਏ। ਗੁਰੂ ਸਾਹਿਬ ਉੱਥੇ ਬੇਪਰਵਾਹ ਹੋ ਕੇ ਬੈਠੇ ਸਨ। ਵੱਡੇ ਵੱਡੇ ਪੀਰ, ਮੁਲਾਨੇ, ਕਾਜ਼ੀ ਉਹ ਗੁਰੂ ਸਾਹਿਬ ਨਾਲ ਆਪਣੇ ਧਰਮ ਦੀ ਗੱਲ ਕਰਨ ਲੱਗੇ। ਜਦੋਂ ਉਹਨਾਂ ਨੇ ਕਾਬੇ ਨੂੰ ਦੇਖਿਆ ਉਹ ਬੜਾ ਹੈਰਾਨ ਹੋਏ ਕਿ ਕਾਬਾ ਕਿਵੇਂ ਘੁੰਮ ਗਿਆ, ਕਾਬਾ ਕਿਵੇਂ ਆਪਣੀ ਜਗ੍ਹਾ ਤੋਂ ਫਿਰ ਗਿਆ। ਉਹਨਾਂ ਕਾਜ਼ੀਆਂ ਨੇ ਗੁਰੂ ਸਾਹਿਬ ਕੋਲ ਆ ਕੇ ਪਹਿਲਾ ਸਵਾਲ ਕੀਤਾ, ਤੁਸੀਂ ਹਿੰਦੂ ਹੋ ਜਾਂ ਮੁਸਲਮਾਨ? ਤੁਸੀਂ ਕਿੱਥੋਂ ਆਏ ਹੋ? ਕਿੱਥੇ ਰਹਿੰਦੇ ਹੋ? ਤੁਹਾਡੀ ਰੀਤ ਮੁਸਲਮਾਨਾਂ ਵਾਲੀ ਨਹੀਂ ਜਾਪਦੀ, ਤਾਂ ਹੀ ਤੁਸੀਂ ਕਾਬੇ ਵੱਲ ਪੈਰ ਕਰਕੇ ਪਏ ਹੋਏ ਸੀ। ਸਭ ਦੀ ਗੱਲ ਸੁਣ ਕੇ ਗੁਰੂ ਸਾਹਿਬ ਨੇ ਇੱਕ ਸ਼ਲੋਕ ਉਚਾਰਿਆ। ਸ਼ਲੋਕ ਮਹਲਾ ਪਹਿਲਾ, ਮਿਹਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਵਰ ਦੀ ਮਿਹਰ ਵਿੱਚ ਰਹਿਣਾ ਅਸਲੀ ਮਸੀਤ ਹੈ। ਮਸੀਤ ਉਹ ਨਹੀਂ ਜਿਹੜੀਆਂ ਤੁਸੀਂ 4 ਦੀਵਾਰਾਂ ਕਰਕੇ ਬਣਾਈ ਹੈ। ਸਦਾ ਹੀ ਪਰਮਾਤਮਾ ਦੀ ਕਿਰਪਾ ਵਿੱਚ ਰਹਿਣਾ ਇਹ ਮਸੀਤ ਹੈ। ਮੁਸਲਮਾਨ ਜਿਸ ਕੱਪੜੇ ਤੇ ਬੈਠ ਕੇ ਨਮਾਜ਼ ਪੜ੍ਹਦੇ ਨੇ ਉਸ ਨੂੰ ਮੁਸੱਲਾ ਕਹਿੰਦੇ ਨੇ। ਗੁਰੂ ਸਾਹਿਬ ਕਹਿਣ ਲੱਗੇ ਪਰਮਾਤਮਾ ਤੇ ਭਰੋਸਾ ਰੱਖਣਾ ਇਹ ਤੁਹਾਡਾ ਮੁਸੱਲਾ ਹੈ। ਗੁਰੂ ਸਾਹਿਬ ਕਹਿੰਦੇ ਹਮੇਸ਼ਾ ਸੱਚ ਦਾ ਖਾਣਾ, ਹੱਕ ਹਲਾਲ ਦਾ ਖਾਣਾ, ਇਹ ਹੈ ਕੁਰਾਨ ਪੜ੍ਹਨੀ। ਅੱਗੇ ਗੁਰੂ ਸਾਹਿਬ ਬਚਨ ਕਰਦੇ ਨੇ ਸਰਮ ਸੁਨਤ ਸੀਲ ਰੋਜ਼ਾ ਹੋ ਮੁਸਲਮਾਨ। ਮੁਸਲਮਾਨਾਂ ਵਿੱਚ ਜਿਹੜੇ ਸੁਨਤ ਕਰਦੇ ਨੇ ਉਹ ਸੁੰਨੀ ਹੁੰਦੇ ਨੇ ਤੇ ਸੀਆ ਵੀ ਹੁੰਦੇ ਨੇ। ਇਹ ਮੁਸਲਮਾਨਾਂ ਦੇ ਫਿਰਕੇ ਨੇ। ਮੁਸਲਮਾਨਾਂ ਵਿੱਚ ਕੁੱਲ 72 ਫਿਰਕੇ ਨੇ। ਸੀਆ ਤੇ ਸੁੰਨੀ ਇਹ ਮੁੱਖ ਫਿਰਕੇ ਨੇ। ਇਹ ਫਿਰਕੇ ਆਪਸ ਵਿੱਚ ਲੜਦੇ ਨੇ। ਜਿੱਥੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਏ ਨੇ ਇੱਥੇ ਸੁੰਨੀ ਫਿਰਕੇ ਦੇ ਮੁਸਲਮਾਨ ਜ਼ਿਆਦਾ ਨੇ। ਗੁਰੂ ਸਾਹਿਬ ਕਹਿਣ ਲੱਗੇ ਸੁਨਤ ਇਹ ਹੈ ਤੁਸੀਂ ਸ਼ਰਮ ਕਰਨੀ ਹੈ ਭੈੜੇ ਤੇ ਮਾੜੇ ਕੰਮਾਂ ਤੋਂ। ਗੁਰੂ ਸਾਹਿਬ ਕਹਿਣ ਲੱਗੇ ਜਦੋਂ ਤੁਸੀਂ ਮਾੜੇ ਕਰਮ ਕਰਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ। ਉੱਦਾਂ ਤੁਸੀਂ ਸਭ ਕੁਝ ਕਰੀ ਜਾਂਦੇ ਹੋ ਤੇ ਕਹਿੰਦੇ ਹੋ ਅਸੀਂ ਸੁੰਨੀ ਹਾਂ। ਗੁਰੂ ਸਾਹਿਬ ਕਹਿੰਦੇ ਸ਼ਰਮ ਦੀ ਸੁਨਤ ਕਰਨੀ ਹੈ। ਅੱਗੇ ਗੁਰੂ ਸਾਹਿਬ ਕਹਿੰਦੇ ਨੇ ਸੀਲ ਰੋਜ਼ਾ, ਮੁਸਲਮਾਨ ਰੋਜ਼ੇ ਰੱਖਦੇ ਨੇ। ਇੱਥੇ ਗੁਰੂ ਸਾਹਿਬ ਸਮਝਾਉਂਦੇ ਨੇ ਆਪਣੇ ਸੁਭਾਅ ਨੂੰ ਠੰਡਾ ਰੱਖਣਾ, ਆਪਣਾ ਕਰੁਣਾ ਵਾਲਾ ਸੁਭਾਅ ਰੱਖਣਾ, ਇਹ ਹੈ ਰੋਜ਼ਾ ਰੱਖਣਾ। ਗੁਰੂ ਸਾਹਿਬ ਕਹਿੰਦੇ ਜੇ ਤੁਸੀਂ ਇਹ ਸਭ ਕੁਝ ਕਰਦੇ ਹੋ ਤਾਂ ਤੁਸੀਂ ਮੁਸਲਮਾਨ ਹੋ। ਅੱਗੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਫੇਰ ਸ਼ਬਦ ਉਚਾਰਦੇ ਨੇ
ਕਰਨੀ ਕਾਬਾ ਸੱਚ ਪੀਰ, ਕਲਮਾ ਕਰਮ ਨਿਵਾਜ। ਗੁਰੂ ਸਾਹਿਬ ਕਹਿੰਦੇ ਸ਼ੁਭ ਕਰਮ ਕਰਨੇ ਇਹ ਹੈ ਕਾਬਾ, ਤੇ ਸੱਚ ਨੂੰ ਪੀਰ ਮੰਨਣਾ ਚੰਗੇ ਕਰਮ ਕਰਨੇ ਇਹ ਨਮਾਜ਼ ਪੜ੍ਹਨ ਦੇ ਤੁੱਲ ਹੈ, ਕਲਮਾ ਪੜ੍ਹਨ ਦੇ ਤੁੱਲ ਹੈ। ਗੁਰੂ ਸਾਹਿਬ ਅੱਗੇ ਕਹਿੰਦੇ ਨੇ ਤਸਬੀਹ ਸਾ ਤਿਸ ਪਾਵਸੀ, ਨਾਨਕ ਰਾਖੈ ਲਾਜ। ਤਸਬੀਹ ਨੂੰ ਮਾਲਾ ਕਹਿੰਦੇ ਨੇ। ਗੁਰੂ ਸਾਹਿਬ ਕਹਿਣ ਲੱਗੇ ਪਰਮੇਸ਼ਵਰ ਨੂੰ ਭਾ ਜਾਣਾ ਇਹੀ ਹੱਥ ਵਿੱਚ ਤਸਬੀਹ ਫੜਦਾ ਹੈ। ਜੇ ਤੁਸੀਂ ਐਵੇਂ ਰਹੋਗੇ ਤਾਂ ਪਰਮਾਤਮਾ ਤੁਹਾਡੀ ਲਾਜ ਰੱਖੇਗਾ। ਉੱਥੇ ਕਾਜੀ ਮੁਲਾਣੇ ਵੱਡੇ ਵੱਡੇ ਪੀਰ ਬੈਠੇ ਹੋਏ ਸਨ। ਉੱਥੇ ਕਾਜੀ ਰੁਕਨਦੀਨ ਵੀ ਬੈਠਾ ਹੋਇਆ ਸੀ। ਇਤਿਹਾਸ ਵਿੱਚ ਕਾਜੀ ਰੁਕਨਦੀਨ ਦੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਾਲ ਗੋਸ਼ਟੀ ਹੋਈ ਹੈ। ਕਾਜੀ ਰੁਕਨਦੀਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਬਚਨ ਕਰਨ ਲੱਗਾ, ਕੀ ਤੁਸੀਂ ਸਾਡੇ ਪੈਗੰਬਰ ਮੁਹੰਮਦ ਸਾਹਿਬ ਨੂੰ ਮੰਨਦੇ ਹੋ? ਉਦੋਂ ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿ ਖੁਦਾ ਦੇ ਦਰ ਤੇ ਹਜ਼ਾਰਾਂ ਮੁਹੰਮਦ ਸਾਹਿਬ ਖੜੇ ਨੇ। ਗੁਰੂ ਸਾਹਿਬ ਕਹਿਣ ਲੱਗੇ ਇੱਕ ਨੂੰ ਕਿੱਥੇ ਮੰਨੀਏ? ਉੱਥੇ ਪਰਮੇਸ਼ਵਰ ਦੇ ਦੁਆਰ ਵਿੱਚ ਲੱਖਾਂ ਹੀ ਖੜੇ ਨੇ। ਜਿਸ ਦੇ ਦਰ ਤੇ ਲੱਖਾਂ ਹੀ ਖੜੇ ਨੇ ਅਸੀਂ ਉਸ ਪਰਮੇਸ਼ਵਰ ਨੂੰ ਮੰਨਦੇ ਹਾਂ। ਜਿਸ ਪਰਮੇਸ਼ਵਰ ਦੇ ਦਰ ਤੇ, ਖੁਦਾ ਦੇ ਦਰ ਤੇ ਲੱਖਾਂ ਪੈਗੰਬਰ ਹੱਥ ਜੋੜ ਕੇ ਖੜੇ ਨੇ, ਉਹ ਹੱਥ ਬੰਨ੍ਹ ਕੇ ਖੁਦਾ ਕੋਲੋਂ ਮੰਗਦੇ ਹਨ। ਅਸੀਂ ਤਾਂ ਉਹਨਾਂ ਨੂੰ ਮੰਨਦੇ ਹਾਂ ਜਿਨ੍ਹਾਂ ਕੋਲੋਂ ਇਹ ਦਾਤਾ ਮੰਗਦੇ ਨੇ। ਸੰਗਤ ਜੀ, ਸ਼ਾਹਜਹਾਨ ਨੇ ਇੱਕ ਵਾਰੀ ਸਾਈਂ ਮੀਆਂ ਮੀਰ ਜੀ ਨੂੰ ਪੁੱਛਿਆ, ਜਦੋਂ ਤੁਹਾਡੇ ਕੋਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਤਾਂ ਤੁਸੀਂ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ, ਤੁਸੀਂ ਸਾਡੇ ਮੁਸਲਮਾਨਾਂ ਦੀ ਤੋਹੀਨ ਕੀਤੀ ਹੈ। ਉਦੋਂ ਸਾਈਂ ਮੀਆਂ ਮੀਰ ਜੀ ਨੇ ਕਿਹਾ, ਸਾਡੇ ਵਰਗੇ ਪੈਗੰਬਰ ਖੁਦਾ ਦੇ ਦਰ ਤੇ ਖੜਦੇ ਨੇ ਤੇ ਤੁਹਾਡੇ ਵਰਗੇ ਮੁਰੀਦ ਜੋ ਸਾਡੇ ਕੋਲੋਂ ਮੰਗਦੇ ਨੇ ਅਸੀਂ ਖੁਦਾ ਤੋਂ ਮੰਗਦੇ ਹਾਂ। ਅਸੀਂ ਖੁਦਾ ਦੇ ਦਰਵਾਜ਼ੇ ਤੇ ਖਲੋ ਜਾਂਦੇ ਹਾਂ ਤੇ ਪੁਕਾਰ ਕਰਦੇ ਹਾਂ। ਪੁਕਾਰ ਕਰਨ ਤੇ ਜਦੋਂ ਖੁਦਾ ਦਾ ਦਰਵਾਜ਼ਾ ਖੁੱਲ੍ਹਦਾ ਹੈ, ਅੰਦਰੋਂ ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਹਰ ਆਉਂਦੇ ਨੇ। ਉਹੀ ਸਾਡੀ ਪੁਕਾਰ ਸੁਣਦੇ ਨੇ, ਸਾਡੀ ਫਰਿਆਦ ਸੁਣਦੇ ਨੇ। ਉਹ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਗੱਦੀ ਦੇ ਮਾਲਕ ਨੇ। ਉਹ ਅੰਦਰ ਜਾਂਦੇ ਨੇ ਤੇ ਦੱਸਦੇ ਨੇ ਕਿ ਤੁਹਾਡੀ ਪੁਕਾਰ ਪ੍ਰਵਾਨ ਹੋ ਗਈ। ਹੁਣ ਸਾਨੂੰ ਨਹੀਂ ਪਤਾ ਕਿ ਉਸ ਦਰਵਾਜ਼ੇ ਦੇ ਅੰਦਰ ਕੋਈ ਵੱਖਰਾ ਖੁਦਾ ਹੈ ਜਾਂ ਇਹੀ ਨੇ, ਪਰ ਮੈਂ ਕਹਿੰਦਾ ਇਹੀ ਖੁਦਾ ਨੇ, ਕਿਉਂਕਿ ਜਦੋਂ ਦਰਵਾਜ਼ਾ ਖੁੱਲ੍ਹਦਾ ਹੈ ਤਾਂ ਇਹਨਾਂ ਦੇ ਦਰਸ਼ਨ ਹੁੰਦੇ ਨੇ।